मैं कदी इस तरह नहीं वेख्या कि एक सादी लिस्ट के उत्ते तुसी चेयरमैन अपॉइंट कर दिओ और ਜਿਹੜੀਆਂ ਉਹਨਾਂ ਨੂੰ ਸੰਵਿਧਾਨਕ ਅਹੁਦਿਆਂ ਦੇ ਉੱਤੇ ਤੁਸੀਂ ਬਿਠਾ ਦਿਓ। ਜਦੋਂ ਵੀ ਇਸ ਤਰ੍ਹਾਂ ਦੀ ਕੋਈ ਵੀ ਨਿਯੁਕਤੀ ਹੁੰਦੀ ਹੈ ਕਿ ਉਹ ਇਸੇ ਤਰ੍ਹਾਂ ਹੀ ਸਾਫ਼ ਪੇਪਰਾਂ ਦੇ ਉੱਤੇ ਜਿਹੜੀ ਇੱਕ ਲਿਸਟ ਬਣ ਕੇ ਪਬਲਿਸ਼ ਕਰ ਦਿੱਤੀ ਜਾਂਦੀ ਹੈ। हो सकता है कि बंदा फेक हो सकता है कि ये फेसबुक पेज फेक हो सकता है, या जेकर ये अकाउंट ही फेक है, जेकर ये फेसबुक आईडी फेक है, ਤੇ ਫਿਰ ਮੈਂ ਪੁੱਛਣਾ ਚਾਹੁੰਦਾ ਉਹਨਾਂ ਨੇ ਅਜੇ ਤੱਕ ਇਸ ਪੇਜ ਦੀ ਘੋਖ ਕਿਉਂ ਨਹੀਂ ਕੀਤੀ। ਸਭ ਕਹਿੰਦੇ ਐਪਲੀਕੇਸ਼ਨ ਤੇ ਇੱਕ ਲੇਡੀਜ਼ ਦੇ ਵੱਲੋਂ ਦਿੱਤੀ ਗਈ ਹੈ ਔਰ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਸਵਾਲ ਚੱਕੇ ਗਏ ਨੇ। ਹਾਲਾਂਕਿ ਪਾਰਟੀ ਦਾ ਕੋਈ ਲੈਣਾ ਦੇਣਾ ਨਹੀਂ, ਕਹਿੰਦਾ ਸਰਕਾਰ ਦਾ ਕੋਈ ਲੈਣਾ ਦੇਣਾ ਲੈ ਕੇ ਨਹੀਂ, ਇੱਕ ਲੀਡਰ ਨੇ ਜਿਹੜੀ ਆ ਉਹ ਕੰਪਲੇਂਟ ਲਿਖਾਈ ਹੈ। ਵੋਟਾਂ ਲੈਣ ਨੂੰ ਤਾਂ ਡੇਰੇ ਰੱਖਿਆ, ਅਕਾਲ ਤਖਤ ਰੱਖਿਆ ਭੁਲੇਖੇ ਪਾਉਣ ਨੂੰ। ਦੇ ਤੌਰ ਤੇ ਕਹੀਏ ਕਿ ਕੌਮੀ ਜਿਹੜਾ ਕਹਿ ਸਕਦੇ ਇੱਕ ਨਿਸ਼ਾਨ ਤੇ ਇੱਕ ਜਥੇਦਾਰ ਦੇ ਉੱਪਰ ਸਵਾਲ। ਇਹ ਸਾਡੇ ਸਿੱਖ ਧਰਮ ਦੀ ਨਾਨਕ ਨਾਮ ਲੇਵਾ ਸੰਗਤ ਦੀ ਸਰਮੌਰ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਜਿਹੜਾ ਹੈ ਸਿੱਧਾ ਉਹਦੇ ਉੱਤੇ ਹਮਲਾ। ਜਾਂਚ ਹੋ ਗਈ, ਤੁਸੀਂ ਕਹਿੰਦੇ ਹੋ ਕਿ ਬੀਜੇਪੀ ਨੇ ਵੀ ਇਹ ਪੋਸਟ ਪਾਈ ਸੀ ਲੇਕਿਨ ਉਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ, ਸਾਡੇ ਪ੍ਰਧਾਨ ਤੇ ਕਾਰਵਾਈ ਹੋਈ। ਕਿਉਂਕਿ ਆਮ ਆਦਮੀ ਪਾਰਟੀ ਬੀਜੇਪੀ ਦੀ ਬੀ ਟੀਮ ਹੈ ਔਰ ਬੀਜੇਪੀ ਤੋਂ ਇਹਨਾਂ ਨੂੰ ਡਰ ਵੀ ਲੱਗਦਾ ਔਰ ਬੀਜੇਪੀ ਦੀਆਂ ਗਾਈਡਲਾਈਨਸ ਦੇ ਉੱਤੇ ਚੱਲਦੇ ਵੀ ਨੇ। ਇਸ ਕਰਕੇ ਜਿਹੜਾ ਉਹਨਾਂ ਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਔਰ ਜਿਹੜੀ ਕਾਰਵਾਈ ਹੈ ਉਹ ਸਾਡੇ ਪ੍ਰਧਾਨ ਰਾਜਾ ਵੜਿੰਗ ਉਹਨਾਂ ਤੇ ਕੀਤੀ ਗਈ ਹੈ, ਸੁਖਪਾਲ ਸਿੰਘ ਖਹਿਰਾ ਤੇ ਕੀਤੀ ਗਈ ਹੈ। ਪੰਜਾਬ ਦੇ ਫੈਸਲੇ ਪੰਜਾਬ 'ਚ ਨਹੀਂ ਲਏ ਜਾ ਰਹੇ, ਦਿੱਲੀ 'ਚ ਲਏ ਜਾ ਰਹੇ ਨੇ। ਸਤਿ ਸ਼੍ਰੀ ਅਕਾਲ, ਔਨ 에ਅਰ ਵੇਖ ਰਹੇ ਹੋ, ਮੈਂ ਹਾਂ ਤੁਹਾਡੇ ਨਾਲ ਦਮਨਪ੍ਰੀਤ ਸਿੰਘ। ਕੱਲ ਸ਼ਾਮ ਨੂੰ ਇੱਕ ਐਫਆਈਆਰ ਦਰਜ ਹੁੰਦੀ ਹੈ ਔਰ ਐਫਆਈਆਰ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੇ ਕਾਂਗਰਸ ਦੇ ਹੀ ਇੱਕ ਵਿਧਾਇਕ ਸੁਖਪਾਲ ਖਹਿਰਾ ਦੇ ਨਾਮ ਤੋਂ ਜਿਹੜੀ ਹੈ ਇੱਕ ਐਫਆਈਆਰ ਦਰਜ ਹੁੰਦੀ ਹੈ ਔਰ ਇਸ ਐਫਆਈਆਰ ਦੇ ਵਿੱਚ ਜ਼ਿਕਰ ਹੁੰਦਾ ਹੈ ਕਿ ਫੇਕ ਜਿਹੜੀ ਹੈ ਉਹ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਫੇਕ ਪੋਸਟਾਂ ਤੇ ਫੇਕ ਡਾਕੂਮੈਂਟ ਦਿਖਾ ਕੇ ਲੋਕਾਂ ਨੂੰ ਘੁਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਵਿਰੋਧ ਦੇ ਵਿੱਚ ਲੋਕਾਂ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਐਫਆਈਆਰ ਦੇ ਵਿੱਚ ਜਿਹਦੇ ਸਿੱਧੇ ਤੌਰ ਤੇ ਸਵਾਲ ਕਾਂਗਰਸ ਦੇ ਪ੍ਰਧਾਨ ਦੇ ਉੱਪਰ ਚੱਕੇ ਗਏ ਨੇ ਔਰ ਕਾਂਗਰਸ ਦੇ ਉਸ ਵਿਧਾਇਕ ਦੇ ਉੱਪਰ ਚੱਕੇ ਗਏ ਨੇ ਜਿਹੜੇ ਅਕਸਰ ਕਹਿੰਦੇ ਨੇ ਕਿ ਅਸੀਂ ਡਾਕੂਮੈਂਟ ਦੇ ਥਰੂ ਹੀ ਜਿਹੜਾ ਸਰਕਾਰ ਨੂੰ ਘੇਰਦੇ ਹਾਂ ਔਰ ਸੱਚੇ ਡਾਕੂਮੈਂਟ ਲੈ ਕੇ ਸਰਕਾਰ ਦੇ ਜਿਹੜੇ ਆ ਕਾਲੇ ਚਿੱਠੇ ਜਿਹੜੇ ਉਹ ਸਾਹਮਣੇ ਕਰਦੇ ਆ। ਲੇਕਿਨ ਉਹ ਕਾਲੇ ਚਿੱਠੇ ਕਿਤੇ ਨਾ ਕਿਤੇ ਉਹ ਦੋਨਾਂ ਨੁਮਾਇੰਦਿਆਂ ਦੇ ਉੱਪਰ ਜਿਹੜੀ ਆ ਉਹ ਐਫਆਈਆਰ ਦਰਜ ਕਰਾ ਚੁੱਕੇ ਨੇ ਔਰ ਸਿੱਧੇ ਤੌਰ ਤੇ ਅੱਜ ਜਿਹੜੀ ਕਾਂਗਰਸ ਦੇ ਵੱਲੋਂ ਸਪੋਕਸਮੈਨ ਦੇ ਵੱਲੋਂ ਜਿਹੜੀ ਹੈ ਉਹ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਔਰ ਉਹਨਾਂ ਬੁਲਾਰਿਆਂ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਹੈ ਕਿ ਇਹ ਡਾਕੂਮੈਂਟ ਜਿਹੜੇ ਨੇ ਉਹ ਪਾਰਟੀ ਦੇ ਕੁਝ ਮੈਂਬਰਾਂ ਦੇ ਵੱਲੋਂ ਹੀ ਜਿਹੜੇ ਨੂੰ ਜਾਰੀ ਕੀਤੇ ਗਏ ਸੀ, ਜਿੱਦੇ ਸਿੱਧੇ ਤੌਰ ਤੇ ਜਿਹੜੇ ਨੇ ਉਹ ਪ੍ਰੂਫ ਕਰਦੇ ਨਜ਼ਰ ਆ ਰਹੇ ਨੇ ਕਿ ਪਾਰਟੀ ਦੇ ਵੱਲੋਂ ਹੀ ਕੀਤੇ ਗਏ ਨੇ। ਜਸਕਰਨ ਕਾਲੋ ਮੇਰੇ ਨਾਲ ਮੌਜੂਦ ਨੇ, ਮੁੱਖ ਬੁਲਾਰੇ ਵੀ ਨੇ ਕਾਂਗਰਸ ਦੇ। ਕਾਲੋ ਸਾਹਿਬ, ਇਹ ਪੋਸਟ ਜਿਹੜੀ ਪਾਈ ਗਈ, ਇਹ ਕਹਿੰਦੇ ਤੁਸੀਂ ਆਮ ਆਦਮੀ ਪਾਰਟੀ ਨੇ ਪੋਸਟ ਪਾਈ ਸੀ, ਲੇਕਿਨ ਆਮ ਆਦਮੀ ਪਾਰਟੀ ਵਾਲੇ ਸਿੱਧਾ ਕਹਿੰਦੇ ਨੇ ਕਿ ਅਸੀਂ ਤੇ ਕੋਈ ਪੋਸਟ ਨਹੀਂ ਪਾਈ ਸੀ। ਵੇਖੋ, ਇਹ ਜਿਹੜੀ ਪੋਸਟ ਜਿਹਦੇ ਉੱਤੇ ਸਾਰੀ ਜਿਹੜੀ ਚਰਚਾ ਹੋ ਰਹੀ ਹੈ ਔਰ ਕੱਲ ਜਿਹੜੀ ਇੱਕ ਐਫਆਈਆਰ ਲਾਂਚ ਹੋਈ ਹੈ ਮੋਹਾਲੀ ਦੇ ਇੱਕ ਫੇਸ ਦੇ ਵਿੱਚ, ਉਹ ਕਿੱਥੋਂ ਸ਼ੁਰੂ ਹੁੰਦੀ ਹੈ? ਉਹ ਸ਼ੁਰੂ ਹੁੰਦੀ ਹੈ, ਇਹ ਜ਼ੂਮ ਕਰਕੇ ਵਿਖਾ ਦਿਓ ਜੇਕਰ, ਇਹ ਅੰਕਿਤ ਸਕਸੇਨਾ ਨੇ ਔਰ ਇਹ ਇਹਨਾਂ ਦੇ ਸੋਸ਼ਲ ਮੀਡੀਆ ਮੈਨੇਜਰ ਨੇ ਔਰ ਆਹ ਪੋਸਟ ਹੈ ਔਰ ਥੱਲੇ 150 ਪੌਣੇ 200 ਕਮੈਂਟ ਨੇ ਔਰ ਆ ਇਹਨਾਂ ਦਾ ਜਿਹੜਾ ਉਹ ਪੇਜ ਆ, ਲਿਖਦੇ ਨੇ ਆਮ ਆਦਮੀ ਸੋਸ਼ਲ ਮੀਡੀਆ ਮੈਨੇਜਰ @ਆਮ ਆਦਮੀ ਪਾਰਟੀ ਪੰਜਾਬ। ਹੁਣ ਮੁੱਦਾ ਕੀ ਹੈ? ਮੁੱਦਾ ਇਹ ਹੈ ਵੀ ਪੰਜਾਬ ਦੇ ਵਿੱਚ ਕਿਉਂਕਿ ਜਦੋਂ ਸਰਕਾਰ ਨਹੀਂ ਬਣੀ ਸੀ ਤੇ ਉਦੋਂ ਇਹ ਬਾਰ-ਬਾਰ ਰਵਾਇਤੀ ਪਾਰਟੀਆਂ ਦੀ ਗੱਲ ਹੁੰਦੀ ਸੀ। ਬਾਰ-ਬਾਰ ਇਹ ਕਿਹਾ ਜਾਂਦਾ ਸੀਗਾ ਕਿ ਦਿੱਲੀੋਂ ਫੈਸਲੇ ਆਉਂਦੇ ਨੇ, ਦਿੱਲੀ ਤੋਂ ਫੈਸਲੇ ਆਉਂਦੇ ਨੇ। ਆਮ ਆਦਮੀ ਪਾਰਟੀ ਜਿਨੇ ਪੰਜਾਬ ਦੇ ਵਿੱਚ ਇਹ ਪ੍ਰਚਾਰ ਕੀਤਾ ਕਿ ਅਸੀਂ ਆਮ ਘਰ ਦੇ ਬੱਚਿਆਂ ਨੂੰ ਜਿਹੜਾ ਰਾਜਨੀਤੀ ਦੀ ਮੁੱਖ ਧਾਰਾ 'ਚ ਲੈ ਕੇ ਆਵਾਂਗੇ। ਆਮ ਆਦਮੀ ਪਾਰਟੀ ਨੇ ਇਹ ਗੱਲ ਕਹੀ ਕਿ ਅਸੀਂ ਆਮ ਘਰ ਦੇ ਮੁੰਡੇ ਨੂੰ ਮੁੱਖ ਮੰਤਰੀ ਬਣਾਉਣ ਦਾ ਕੰਮ ਕਰਾਂਗੇ। ਉਹਨਾਂ ਨੇ ਆਮ ਘਰ ਦੇ ਮੁੰਡੇ ਨੂੰ ਮੁੱਖ ਮੰਤਰੀ ਤੇ ਬਣਾਤਾ, ਪਰ ਉਸ ਆਮ ਘਰ ਦੇ ਮੁੱਖ ਮੰਤਰੀ ਜਦੋਂ ਬਣੇ ਤੇ ਉਹਨਾਂ ਨੇ ਵੀ ਇਹ ਗੱਲ ਕੀਤੀ ਕਿ ਇਹ ਪੰਜਾਬ ਦੇ ਲੋਕਾਂ ਦਾ ਮੈਂਡੇਟ ਹੈ ਔਰ ਪੰਜਾਬ ਦੇ ਲੋਕਾਂ ਕੋਲੋਂ ਪੁੱਛ ਕੇ ਹੀ ਹਰ ਗੱਲ ਕੀਤੀ ਜਾਏਗੀ। ਪਰ ਪਿਛਲੇ ਦਿਨਾਂ ਦੇ ਵਿੱਚ ਉਹ ਸਰਕਾਰ ਨੇ ਬੋਰਡ ਕਾਰਪੋਰੇਸ਼ਨ ਦੇ ਚੇਅਰਮੈਨ ਲਾਉਣੇ ਸੀ। ਉਹ ਚੇਅਰਮੈਨ ਲਾਉਣ ਦੀ ਜਿਹੜੀ ਚਿੱਠੀ ਜਿਹੜੀ ਹੈ ਜਨਤਕ ਹੋਈ ਹੈ, ਉਹ ਜਨਤਕ ਹੁੰਦੀ ਹੈ ਆਮ ਆਦਮੀ ਪਾਰਟੀ ਦੇ ਨੈਸ਼ਨਲ ਆਫਿਸ ਦੇ ਲੈਟਰ ਹੈਡ ਤੋਂ ਔਰ ਉਹ ਲੈਟਰ ਹੈਡ ਜਿਹੜਾ
ਉਹ ਕਿਸੇ ਹੋਰ ਦਾ ਨਹੀਂ, ਉਹ ਪਾਰਟੀ ਦੇ ਇਹਨਾਂ ਦੇ ਜਿਹੜੇ ਕਨਵੀਨੀਅਰ ਨੇ ਅਰਵਿੰਦ ਕੇਜਰੀਵਾਲ, ਉਹਨਾਂ ਦਾ ਲੈਟਰ ਹੈਡ ਹੈ। ਔਰ ਇਹਨਾਂ ਦਾ ਹੀ ਸੋਸ਼ਲ ਮੀਡੀਆ ਮੈਨੇਜਰ ਜਿਹੜਾ ਬਹੁਤ ਚਰਚਾਵਾਂ ਦੇ ਵਿੱਚ ਸੀਗਾ ਕਿ ਅੰਕਿਤ ਸਕਸੇਨਾ ਨੂੰ ਜਿਹੜਾ ਪੰਜਾਬ ਸਰਕਾਰ ਨੇ ਸੋਸ਼ਲ ਮੀਡੀਆ ਮੈਨੇਜਰ ਰੱਖਿਆ, ਔਰ ਉਹ ਸ਼ਾਇਦ ਉਹਦੀ ਕੋਈ ਤਨਖਾਹ ਵੀ 1-2 ਲੱਖ ਰੁਪਏ ਦੇ ਆਸ-ਪਾਸ, 1 ਲੱਖ ਰੁਪਏ ਦੀ ਚਰਚਾ ਵੀ ਇਹ ਟੀਵੀਆਂ ਦੇ ਉੱਤੇ ਆਮ ਪਿਛਲੇ 1-1.5-2 ਮਹੀਨੇ ਪਹਿਲਾਂ ਚੱਲੀ ਸੀ। ਉਸ ਬੰਦੇ ਵੱਲੋਂ ਇੱਕ ਪੋਸਟ ਪਾਈ ਜਾਂਦੀ ਹੈ, ਉਸ ਪੋਸਟ ਨੂੰ ਆਧਾਰ ਬਣਾ ਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਕਾਂਗਰਸ ਪਾਰਟੀ ਨੂੰ ਬਾਰ-ਬਾਰ ਦਿੱਲੀ ਤੋਂ ਚੱਲਣ ਦੀ ਜਿਹੜੀ ਗੱਲ ਕਰਕੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਇਹਨਾਂ ਨੇ ਠੱਗਿਆ, ਹੁਣ ਇਹਨਾਂ ਦੀ ਜਿਹੜੀ ਸਰਕਾਰ ਹੈ ਉਹ ਵੀ ਦਿੱਲੀ ਤੋਂ ਚੱਲ ਰਹੀ ਹੈ ਜਾਂ ਉਹ ਪੰਜਾਬ ਦੇ ਵਿੱਚ ਬੈਠੇ ਦਿੱਲੀ ਦੇ ਜਿਹੜੇ ਗਵਰਨਰ ਆ ਕੇ ਬੈਠੇ ਨੇ ਰਾਘਵ ਚੱਡਾ ਜੀ, ਉਹ ਚਲਾ ਰਹੇ ਨੇ। ਇਹ ਦਰਸਾਉਣ ਲਈ ਪੋਸਟ ਜਿਹੜੀ ਆ ਉਹ ਸਾਡੇ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਨੇ ਪਾਈ, ਔਰ ਸਾਡੇ ਕਿਸਾਨ ਸੈੱਲ ਦੇ ਚੇਅਰਮੈਨ ਜਿਹੜੇ ਨੇ ਸੁਖਪਾਲ ਖਹਿਰਾ ਜੀ, ਉਹਨਾਂ ਨੇ ਪੋਸਟ ਪਾਈ। ਹੋ ਸਕਦਾ ਹੈ ਕਿ ਬੰਦਾ ਫੇਕ ਹੋ ਸਕਦਾ ਹੈ ਕਿ ਇਹ ਫੇਸਬੁੱਕ ਪੇਜ ਫੇਕ ਹੋ ਸਕਦਾ ਹੈ, ਕਿਉਂਕਿ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਇੱਕ ਲਿਸਟ ਮੈਂ ਤੁਹਾਨੂੰ ਇਹ ਵੀ ਦਿਖਾ ਦਿੰਦਾ ਜ਼ੂਮ ਕਰਕੇ, ਮੈਂ ਕੈਮਰਾਮੈਨ ਨੂੰ ਕਹਾਂ ਜ਼ੂਮ ਕਰਕੇ ਦਿਖਾ ਦੇਣ ਕਿ ਇੱਕ ਰਾਘਵ ਚੱਡਾ ਦੇ ਵੱਲੋਂ ਟਵੀਟ ਕੀਤਾ ਗਿਆ, ਔਰ ਜਿਸ ਲਿਸਟ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਲਿਸਟ ਹੀ ਹੈਗੀ ਹੈ ਉਹਦੇ ਵਿੱਚ, ਔਰ ਬਿਲਕੁਲ ਪਲੇਨ ਲਿਸਟ ਜਿਹੜੀ ਨਜ਼ਰ ਆ ਰਹੀ ਹੈ। ਤੁਸੀਂ ਵੀ ਪੱਤਰਕਾਰਤਾ ਦੇ ਵਿੱਚ ਬੜੇ ਲੰਬੇ ਸਮੇਂ ਤੋਂ, ਮੈਨੂੰ ਤੂੰ ਇਹ ਦੱਸੋ ਵੀ ਤੁਸੀਂ ਕਿ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਵੀ ਨਿਯੁਕਤੀ ਹੁੰਦੀ ਹੈ ਕੀ ਉਹ ਇਸੇ ਤਰ੍ਹਾਂ ਹੀ ਸਾਫ਼ ਪੇਪਰਾਂ ਦੇ ਉੱਤੇ ਜਿਹੜੀ ਇੱਕ ਲਿਸਟ ਬਣ ਕੇ ਪਬਲਿਸ਼ ਕਰ ਦਿੱਤੀ ਜਾਂਦੀ ਹੈ? ਉਹਦੀ ਪ੍ਰੋਪਰ ਤਰੀਕੇ ਦੇ ਨਾਲ ਇੱਕ ਨੋਟੀਫਿਕੇਸ਼ਨ ਹੁੰਦੀ ਹੈ, ਉਹਦਾ ਇੱਕ ਡਿਊ ਪ੍ਰੋਸੈਸ ਹੈ। ਉਸ ਤੋਂ ਬਾਅਦ ਜਿਹੜਾ ਬੋਰਡ ਕਾਰਪੋਰੇਸ਼ਨਾਂ ਦੇ ਜਦੋਂ ਪਹਿਲਾਂ ਨੂੰ ਮੈਂਬਰ ਜਾਂ ਡਾਇਰੈਕਟਰ ਬਣਾਇਆ ਜਾਂਦਾ ਔਰ ਉਹਨਾਂ ਡਾਇਰੈਕਟਰਾਂ ਦੇ ਵਿੱਚੋਂ ਕਿਸੇ ਇੱਕ ਨੂੰ ਚੇਅਰਮੈਨ ਜਾਂ ਵਾਈਸ ਚੇਅਰਮੈਨ ਨਿਯੁਕਤ ਕੀਤਾ ਜਾਂਦਾ। ਇਸ ਤਰ੍ਹਾਂ ਦੀਆਂ ਨਿਯੁਕਤੀਆਂ ਅੱਜ ਤੱਕ ਅਸੀਂ ਤੇ ਵੇਖੀਆਂ ਨਹੀਂ ਆਪਣੇ ਰਾਜਨੀਤਿਕ, ਖੈਰ ਬਹੁਤ ਜ਼ਿਆਦਾ ਲੰਬਾ ਵੀ ਮੈਂ ਨਹੀਂ ਕਹੂੰਗਾ ਵੀ ਉਮਰ ਮੇਰੀ ਜ਼ਿਆਦਾ ਨਹੀਂ ਹੈ, ਪਰ ਫਿਰ ਵੀ ਮੈਂ ਜਿੰਨਾ ਹੁਣ ਤੱਕ ਵੇਖਿਆ ਮੈਂ ਕਦੀ ਇਸ ਤਰ੍ਹਾਂ ਨਹੀਂ ਵੇਖਿਆ ਕਿ ਇੱਕ ਸਾਦੀ ਲਿਸਟ ਦੇ ਉੱਤੇ ਤੁਸੀਂ ਚੇਅਰਮੈਨ ਅਪਾਇੰਟ ਕਰ ਦਿਓ ਔਰ ਜਿਹੜੀਆਂ ਉਹਨਾਂ ਨੂੰ ਸੰਵਿਧਾਨਕ ਅਹੁਦਿਆਂ ਦੇ ਉੱਤੇ ਤੁਸੀਂ ਬਿਠਾ ਦਿਓ। ਇਹ ਜੇਕਰ ਇਹ ਫੇਕ ਹੈ ਜਾਂ ਜੇਕਰ ਇਹ ਅਕਾਊਂਟ ਹੀ ਫੇਕ ਹੈ, ਜੇਕਰ ਇਹ ਫੇਸਬੁੱਕ ਆਈਡੀ ਫੇਕ ਹੈ, ਤੇ ਫਿਰ ਮੈਂ ਪੁੱਛਣਾ ਚਾਹੁੰਦਾ ਕਿ ਅਜੇ ਤੱਕ ਸਰਕਾਰ ਨੇ ਇਹਦੇ ਸਾਈਬਰ, ਤੁਹਾਡੇ ਕੋਲ ਸਾਈਬਰ ਸੈੱਲ ਹੈ, ਤੁਹਾਡੇ ਕੋਲ ਪੰਜਾਬ ਪੁਲਿਸ ਦਾ ਜਿਹੜਾ ਸਾਈਬਰ ਸੈੱਲ ਹੈ ਉਹ ਬੜਾ ਸਟਰੋਂਗਲੀ ਕੰਮ ਕਰਦਾ ਹੈ, ਉਹਨਾਂ ਨੇ ਅਜੇ ਤੱਕ ਇਸ ਪੇਜ ਦੀ ਘੋਖ ਕਿਉਂ ਨਹੀਂ ਕੀਤੀ? ਔਰ ਇਹ ਪੇਜ ਅਜੇ ਤੱਕ ਐਕਟਿਵ ਕਿਉਂ ਹੈ? ਇਹ ਅਜੇ ਮੌਜੂਦਾ ਇਹਦੇ ਉੱਤੇ ਪੋਸਟਾਂ ਪੈ ਰਹੀਆਂ ਨੇ। ਜੇਕਰ ਇਹ ਫੇਕ ਹੈ ਤੇ ਇਹਦਾ ਮਤਲਬ ਇਹ ਸਰਕਾਰ ਦੀ ਅਣਗਹਿਲੀ ਹੈ, ਔਰ ਜਾਂ ਸਰਕਾਰ ਇੱਕ ਪ੍ਰੋਪੇਗੈਂਡਾ ਰਨ ਕਰ ਰਹੀ ਹੈ ਕਿ ਐਸੇ ਪੇਜਾਂ ਦੇ ਉੱਤੇ ਪ੍ਰੋਪੇਗੈਂਡਾ ਜਿਹੜਾ ਉਹ ਲੋਕਾਂ ਦੇ ਵਿੱਚ ਭੇਜ ਕੇ ਔਰ ਅਸਲੀ ਮੁੱਦਿਆਂ ਤੋਂ ਧਿਆਨ ਭਟਕਾ ਦਿੱਤਾ ਜਾਵੇ। ਹੁਣ ਅਸਲੀ ਮੁੱਦੇ ਕੀ ਨੇ ਪੰਜਾਬ ਦੇ? ਪੰਜਾਬ ਆਰਥਿਕ ਤੰਗੀ ਚੋਂ ਨਿਕਲ ਰਿਹਾ, ਪੰਜਾਬ ਲਾਅ ਐਂਡ ਆਰਡਰ ਦੀ ਜਿਹੜੀ ਮਾੜੇ ਹਾਲਾਤ ਨੇ ਉਹਨਾਂ ਦੇ ਵਿੱਚੋਂ ਨਿਕਲ ਰਿਹਾ, ਪੰਜਾਬ ਦੇ ਫੈਸਲੇ ਪੰਜਾਬ 'ਚ ਨਹੀਂ ਲਏ ਜਾ ਰਹੇ, ਦਿੱਲੀ 'ਚ ਲਏ ਜਾ ਰਹੇ ਨੇ, ਪੰਜਾਬ ਉਹਦੇ ਨਾਲ ਜੂਝ ਰਿਹਾ। ਪੰਜਾਬ ਦੀ ਸਰਕਾਰ ਦੇ ਜਿਹੜੇ ਚੁਣੇ ਹੋਏ 92 ਐਮਐਲਏ ਨੇ, ਉਹਨਾਂ ਚੋਂ ਬਹੁਤ ਸਾਰੇ ਐਮਐਲਏ ਨੇ ਜਿਹੜੇ ਉਹਨਾਂ ਤੇ ਵੱਖ-ਵੱਖ ਜਿਹੜੇ ਦੋਸ਼ ਲੱਗ ਰਹੇ ਨੇ ਉਹ ਤੁਹਾਡੇ ਮੀਡੀਆ ਚੈਨਲ ਵਿਖਾ ਰਹੇ ਨੇ। ਉਹਨਾਂ ਮੁੱਦਿਆਂ ਤੋਂ ਜਿਹੜਾ ਲੋਕਾਂ ਦਾ ਧਿਆਨ ਖੱਬੇ ਸੱਜੇ ਭਟਕਾਉਣ ਲਈ ਇਸ ਤਰ੍ਹਾਂ ਦੇ ਪ੍ਰੋਪੇਗੈਂਡੇ ਇਹ ਪਾਰਟੀ ਕਰਦੀ ਆ ਰਹੀ ਹੈ। ਹੁਣ ਇਹ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਨੇ, ਬੀਜੇਪੀ ਔਰ ਆਮ ਆਦਮੀ ਪਾਰਟੀ। ਦੇਖੋ ਕੇਂਦਰ 'ਚ ਤੁਸੀਂ ਅਕਸਰ ਵੇਖਿਆ ਹੋਇਆ ਕਿ ਚਾਹੇ ਕੋਈ ਪੱਤਰਕਾਰ ਆਪਣੀ ਜਿਹੜੀ ਆਵਾਜ਼ ਚੁੱਕਣ ਦੀ ਗੱਲ ਕਰਦਾ ਤੇ ਉਹਨੂੰ ਜਿਹੜਾ ਉਹਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਹਨਾਂ ਨੂੰ ਚੁੱਕ ਕੇ ਜਿਹੜਾ ਐਸੀਆਂ ਸਜ਼ਾਵਾਂ ਦੇ ਕੇ ਜੇਲ੍ਹਾਂ 'ਚ ਭੇਜਿਆ ਜਾਂਦਾ ਕਿ ਕਈ ਸਾਲ ਜੇਲ੍ਹਾਂ 'ਚ ਗੁਜ਼ਾਰ ਰਹੇ ਨੇ ਪੱਤਰਕਾਰ। ਉਹੋ ਹੀ ਪੈਂਤਰੇ ਇਹ ਪੰਜਾਬ 'ਚ ਅਪਣਾ ਰਹੇ ਨੇ, ਕਿਉਂਕਿ ਇਹ ਹੈ ਤੇ ਅਲਟੀਮੇਟਲੀ ਬੀਜੇਪੀ ਦੀ ਬੀ ਟੀਮ। ਜੋ ਉਹ ਉੱਥੇ ਐਕਟ ਕਰਦੇ ਨੇ ਉਹ ਸੇਮ ਹੈ ਪੰਜਾਬ ਦੇ ਵਿੱਚ ਉਸੇ ਤਰੀਕੇ ਦੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਬਹੁਤ ਪੁੱਠੇ ਸਵਾਲ ਵੀ ਜਿਹੜੇ ਉਹ ਖੜੇ ਕਰਤੇ, ਕਿਉਂਕਿ ਜਿਸ ਹਿਸਾਬ ਨਾਲ ਤੁਸੀਂ ਕਹਿੰਦੇ ਹੋ ਕਿ ਰਾਘਵ ਚੱਡਾ ਵੀ ਜਿਹੜੀ ਇੱਕ ਪੋਸਟ ਪਾ ਰਹੇ ਨੇ, ਜਿਹੜੇ ਕਹਿੰਦੇ ਤੁਸੀਂ ਪਲੇਨ ਕਾਗਜ਼ ਤੇ ਸਿੱਧੇ ਤੌਰ ਤੇ ਸਵਾਲ ਖੜੇ ਕੀਤੇ ਨੇ, ਕਿਉਂਕਿ ਸਰਕਾਰ ਦੀ ਮੋਹਰ ਹੋਣਾ ਜ਼ਰੂਰੀ ਸੀ, ਸਰਕਾਰ ਦੀ ਇੱਕ ਨੋਟੀਫਿਕੇਸ਼ਨ ਹੋਣਾ ਜ਼ਰੂਰੀ, ਸਰਕਾਰ ਦਾ ਇੱਕ ਲੈਟਰ ਪੈਡ ਹੁੰਦਾ ਉਹ ਜ਼ਰੂਰੀ ਹੋਣਾ ਸੀ। ਲੱਗਦਾ ਕਿ ਰਾਜ ਸਭਾ ਮੈਂਬਰ ਵੀ ਇਸ ਤਰੀਕੇ ਨਾਲ ਗਲਤ ਕਰ ਰਹੇ ਨੇ। ਦੇਖੋ ਗੱਲ ਇਹ ਹੈ ਨਾ ਬਈ, ਮਸਲਾ ਇਹ ਹੋ ਗਿਆ ਬਈ ਨੌਸਿੱਖੀਆਂ ਦੇ ਹੱਥ 'ਚ ਕੰਮ ਚਲਾ ਗਿਆ। ਪੰਜਾਬ ਵੈਸੇ ਬੜੀ ਇੱਕ ਸੰਵੇਦਨਸ਼ੀਲ ਸੂਬਾ ਹੈ, ਔਰ ਪੰਜਾਬ ਦੇ ਵਿੱਚ ਐਸੇ ਨੌਸਿੱਖੀਆਂ ਦੇ ਆਉਣ ਨਾਲ ਮੈਂ ਸਮਝਦਾ ਕਿ ਪੰਜਾਬ ਦੀ ਅਮਨ ਸ਼ਾਂਤੀ ਨੂੰ ਖਤਰਾ ਹੈ। ਐਸੇ ਲੋਕਾਂ ਦੇ ਜਿਨ੍ਹਾਂ ਨੂੰ ਆਪਣੀ ਜ਼ਿੰਮੇਵਾਰੀ ਹੈ, ਖੈਰ 1 ਜਾਂ 2 ਵਾਰੀ ਐਮਐਲਏ ਵੀ ਸ਼ਾਇਦ ਰਹਿ ਚੁੱਕੇ ਨੇ, ਔਰ ਹੁਣ ਇਹਨਾਂ ਨੂੰ ਪੰਜਾਬ ਦੇ ਲੋਕਾਂ ਦੇ ਹੱਕਾਂ ਦੇ ਉੱਤੇ ਡਾਕਾ ਮਾਰ ਕੇ ਇਹਨਾਂ ਨੂੰ ਜਿਹੜਾ ਰਾਜ ਸਭਾ ਮੈਂਬਰ ਬਣਾ ਕੇ ਭੇਜਿਆ। ਜੇਕਰ ਉਹ ਇਹੋ ਜਿਹੀ ਜਨਤਕ ਪੋਸਟ ਜਿਹੜੀ ਨੇ ਆਮ ਪਲੇਨ ਪੇਪਰ ਦੇ ਉੱਤੇ ਕਰਦੇ ਨੇ ਤੇ ਤੁਸੀਂ ਸਰਕਾਰ ਦੀ ਸੀਰੀਅਸਨੈਸ ਸਮਝ ਹੀ ਸਕਦੇ ਹੋ ਕਿ ਜਿਹੜਾ ਆਦਮੀ ਇੱਥੇ 50 ਨੰਬਰ ਕੋਠੀ 'ਚ ਬਹਿ ਕੇ ਸ਼ਾਇਦ ਸਰਕਾਰ ਚਲਾ ਰਿਹਾ, ਜੇਕਰ ਉਹ ਐਸੀ ਗੱਲ ਕਰ ਸਕਦਾ ਤੇ ਸਰਕਾਰ ਕਿੰਨੀ ਕੁ ਸੰਜੀਦਾ। ਪਰ ਕਾਣੂ ਸਾਹਿਬ ਕਹਿੰਦੇ ਐਪਲੀਕੇਸ਼ਨ ਤੇ ਇੱਕ ਲੇਡੀਜ਼ ਦੇ ਵੱਲੋਂ ਦਿੱਤੀ ਗਈ ਹੈ ਔਰ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਸਵਾਲ ਚੱਕੇ ਗਏ ਨੇ, ਹਾਲਾਂਕਿ ਪਾਰਟੀ ਦਾ ਕੋਈ ਲੈਣਾ ਦੇਣਾ ਨਹੀਂ, ਕਹਿੰਦੇ ਸਰਕਾਰ ਦਾ ਕੋਈ ਲੈਣਾ ਦੇਣਾ ਲੈ ਕੇ ਨਹੀਂ, ਇੱਕ ਲੀਡਰ ਨੇ ਜਿਹੜੀ ਆ ਉਹ ਕੰਪਲੇਂਟ ਲਿਖਾਈ ਹੈ। ਮੰਨ ਗਿਆ ਜੀ ਮੈਂ, ਇੱਕ ਲੀਡਰ ਨੇ ਕੰਪਲੇਂਟ ਲਿਖਾਈ ਹੈ, ਪਰ ਲੀਡਰ ਕੌਣ ਹੈ? ਲੀਡਰ ਇਹਨਾਂ ਦੀ ਆਮ ਆਦਮੀ ਪਾਰਟੀ ਦੇ ਮੋਹਾਲੀ ਦੇ ਜ਼ਿਲ੍ਹੇ ਦਾ ਪ੍ਰਧਾਨ ਹੈ ਸ਼ਾਇਦ। ਉਹ ਸਾਡੀ ਭੈਣ ਨੇ
ਇੱਕ ਪੋਸਟ ਕੀਤੀ ਹੈ, ਅਸੀਂ ਛੋਟੀ ਰਾਜਨੀਤੀ ਕਾਂਗਰਸ ਪਾਰਟੀ ਕਦੀ ਵੀ ਨਹੀਂ ਕਰਦੀ, ਪਰ ਜਦੋਂ ਅਸੀਂ ਇਹ ਲੱਭਣ ਦੀ ਕੋਸ਼ਿਸ਼ ਕੀਤੀ ਵੀ ਜਿਸ ਵਿਅਕਤੀ ਜੋ ਕੰਪਲੇਨੈਂਟ ਹੈ ਕੌਣ ਹੈ, ਲੱਭਿਆ, ਔਰ ਸਭ ਤੋਂ ਅੱਜ ਕੱਲ ਸੌਖਾ ਮਾਧਿਅਮ ਜਿਹੜਾ ਸੋਸ਼ਲ ਮੀਡੀਆ ਹੈ, ਤੇ ਜਦੋਂ ਲੱਭਿਆ ਤੇ ਉਹਨਾਂ ਦੀ ਇੱਕ ਪੇਜ ਜਿਹੜੀ ਪੋਸਟ ਹੈ ਲੱਭਦਿਆਂ ਸਾਨੂੰ 2017 ਚ ਲੈ ਕੇ ਗਈ। 2 ਫਰਵਰੀ 2017 ਮੋਹਾਲੀ, ਇਹ ਉਹਨਾਂ ਦਾ ਆਪਣਾ ਅਕਾਊਂਟ ਜਾਂ ਪੇਜ ਜੋ ਵੀ ਹੈ। ਵੋਟਾਂ ਲੈਣ ਨੂੰ ਤਾਂ ਡੇਰੇ ਰੱਖਿਆ, ਅਕਾਲ ਤਖਤ ਰੱਖਿਆ ਭੁਲੇਖੇ ਪਾਉਣ ਨੂੰ। ਸਿੱਧੇ ਤੌਰ ਤੇ ਕਹੀਏ ਕਿ ਕੌਮੀ ਜਿਹੜਾ ਕਹਿ ਸਕਦੇ ਇੱਕ ਨਿਸ਼ਾਨ ਤੇ ਇੱਕ ਜਥੇਦਾਰ ਦੇ ਉੱਪਰ ਸਵਾਲ ਨੇ। ਇਹ ਸਾਡੇ ਸਿੱਖ ਧਰਮ ਦੀ ਨਾਨਕ ਨਾਮ ਲੇਵਾ ਸੰਗਤ ਦੀ ਸਰਮੌਰ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਜਿਹੜਾ ਹੈ, ਸਿੱਧਾ ਉਹਦੇ ਉੱਤੇ ਹਮਲਾ ਹੈ। ਇਹ ਸਾਡੀਆਂ ਭਾਵਨਾਵਾਂ ਨੂੰ ਜਿਹੜਾ ਠੇਸ ਪਹੁੰਚਾਉਣ ਦਾ ਕੰਮ ਜਿਹੜਾ ਇਸ ਪਾਰਟੀ ਦੀ ਆਈਡੀਓਲੋਜੀ, ਇਸ ਪਾਰਟੀ ਦੀ ਵਿਚਾਰਧਾਰਾ, ਇਸ ਪਾਰਟੀ ਦੀ ਲੋਕ, ਇਸ ਪਾਰਟੀ ਦੇ ਲੋਕਾਂ ਦੀ ਮਾਨਸਿਕਤਾ ਜਿਹੜੀ ਹੈ ਉਹ ਜ਼ਾਹਿਰ ਕਰਦੀ ਹੈ ਕਿ ਇਸ ਤਰ੍ਹਾਂ ਦੀ ਪੋਸਟ ਪਾਉਣਾ, ਸ਼ਾਇਦ ਮੈਂ ਸਮਝਦਾ ਕਿ ਇਹ ਜਾਣ ਬੁੱਝ ਕੇ ਇੱਕ ਪ੍ਰੋਪੋਗੈਂਡਾ, ਇੱਕ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਕਿ ਜਿੱਥੇ ਅਸੀਂ ਜਿਹੜੀ ਸਾਡੀਆਂ ਧਾਰਮਿਕ ਜਿਹੜੀ ਇੱਕ ਜਿਹੜਾ ਸਮਾਜ ਦੇ ਵਿੱਚ ਇੱਕ ਜਿਹੜਾ ਸਦਭਾਵ ਹੈ ਉਹਨੂੰ ਖਰਾਬ ਕਰਕੇ ਵੋਟਾਂ ਦਾ ਜਿਹੜਾ ਕੰਮ ਬੀਜੇਪੀ ਦੂਜੇ ਸੂਬਿਆਂ 'ਚ ਕਰਦੀ ਹੈ, ਬਈ ਦੋ ਫਿਰਕੇ ਵਿਸ਼ੇਸ਼ਾਂ ਨੂੰ ਜਾਂ ਦੋ ਧਰਮਾਂ ਨੂੰ ਜਿਹੜਾ ਲੜਾਉਣ ਦਾ ਜਿਹੜਾ ਕੰਮ ਕਰਦੀ ਹੈ, ਸ਼ਾਇਦ ਇਹ ਪੋਸਟ ਕਿਤੇ ਨਾ ਕਿਤੇ ਉਧਰ ਵੀ ਇਸ਼ਾਰਾ ਕਰਦੀ ਹੈ। ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਐਸੀਆਂ ਪੋਸਟਾਂ ਅਗਰ ਪਾਰਟੀ ਦੇ ਅਹੁਦੇਦਾਰ ਪਾਉਣਗੇ ਤੇ ਮੈਂ ਸਮਝਦਾ ਕਿ ਪੰਜਾਬ ਜਿਹੜਾ ਉਹ ਸੇਫ ਹੱਥਾਂ ਦੇ ਵਿੱਚ ਨਹੀਂ। ਸਾਜ਼ਗਾਂਜ ਹੋ ਗਈ, ਤੁਸੀਂ ਕਹਿੰਦੇ ਹੋ ਕਿ ਬੀਜੇਪੀ ਨੇ ਵੀ ਇਹ ਪੋਸਟ ਪਾਈ ਸੀ ਲੇਕਿਨ ਉਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ, ਸਾਡੇ ਪ੍ਰਧਾਨ ਤੇ ਕਾਰਵਾਈ ਹੋ ਜਾਂਦੀ। ਦੇਖੋ, ਜਿਹੜੀ ਵੀ ਕੋਈ ਤੁਹਾਡੀ ਪੇਰੈਂਟ ਕੰਪਨੀ ਹੁੰਦੀ ਹੈ ਨਾ, ਉਹਦੀਆਂ ਗਾਈਡਲਾਈਨ ਦੇ ਹਿਸਾਬ ਨਾਲ ਹੀ ਕੰਮ ਕੀਤਾ ਜਾਂਦਾ ਹੈ, ਕਿਉਂਕਿ ਆਮ ਆਦਮੀ ਪਾਰਟੀ ਬੀਜੇਪੀ ਦੀ ਬੀ ਟੀਮ ਹੈ ਔਰ ਬੀਜੇਪੀ ਤੋਂ ਇਹਨਾਂ ਨੂੰ ਡਰ ਵੀ ਲੱਗਦਾ ਔਰ ਬੀਜੇਪੀ ਦੀਆਂ ਗਾਈਡਲਾਈਨਸ ਦੇ ਉੱਤੇ ਚੱਲਦੇ ਵੀ ਨੇ। ਇਸ ਕਰਕੇ ਜਿਹੜਾ ਉਹਨਾਂ ਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਔਰ ਜਿਹੜੀ ਕਾਰਵਾਈ ਹੈ ਉਹ ਸਾਡੇ ਪ੍ਰਧਾਨ ਰਾਜਾ ਵੜਿੰਗ ਉਹਨਾਂ ਤੇ ਕੀਤੀ ਗਈ ਹੈ, ਸੁਖਪਾਲ ਸਿੰਘ ਖਹਿਰਾ ਤੇ ਕੀਤੀ ਗਈ ਹੈ। ਹੁਣ ਰਾਜਾ ਵੜਿੰਗ ਉਹਨਾਂ ਤੇ ਕਿਉਂ ਕੀਤੀ ਗਈ ਹੈ? ਉਹ ਇਸ ਲਈ ਕੀਤੀ ਗਈ ਹੈ ਕਿ ਜਦੋਂ ਦੋ ਪ੍ਰਧਾਨ ਬਣੇ ਨੇ ਉਹ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣਨ ਦਾ ਕੰਮ ਕਰ ਰਹੇ ਨੇ। ਹਜ਼ਾਰਾਂ ਲੱਖਾਂ ਲੋਕਾਂ ਦਾ ਇਕੱਠ ਹੋ ਰਿਹਾ ਜਦੋਂ ਪਬਲਿਕ 'ਚ ਜਾ ਰਹੇ ਨੇ। ਇਹ ਸ਼ਾਇਦ ਪਹਿਲੀ ਵਾਰੀ ਹੋਇਆ ਹੋਵੇਗਾ ਕਿ ਸਰਕਾਰ ਬਣਨ ਤੋਂ 5-4 ਮਹੀਨਿਆਂ ਦੇ ਵਿੱਚ ਹੀ ਲੋਕਾਂ ਦਾ ਸਰਕਾਰ ਤੋਂ ਮੋਹ ਭੰਗ ਹੋਣਾ ਸ਼ੁਰੂ ਹੋ ਗਿਆ ਹੋਵੇ ਔਰ ਲੋਕਾਂ ਦੇ ਨਾਲ ਕੀਤੇ ਜਿਹੜੇ ਵਾਅਦੇ ਆ ਜਦੋਂ ਲੋਕਾਂ ਨੂੰ ਝੂਠੇ ਲੱਗਣ ਲੱਗ ਪੈਣ ਔਰ ਲੋਕਾਂ ਦੀ ਆਵਾਜ਼ ਬਣਨ ਦਾ ਕੰਮ ਜਦੋਂ ਰਾਜਾ ਵੜਿੰਗ ਜਿਹੇ ਜਿਹੜੇ ਨੌਜਵਾਨ ਲੀਡਰ ਨੇ ਜਿਹੜੇ ਪੰਜਾਬ ਨੂੰ ਅੱਗੇ ਲੈ ਕੇ ਜਾਣ ਦਾ ਕੰਮ, ਜਿਹੜੀ ਨਵੀਂ ਜਨਰੇਸ਼ਨ ਲੈ ਕੇ ਅੱਗੇ ਜਾਣ ਦਾ ਕੰਮ ਕਰ ਰਹੀ ਹੈ, ਉਹਦੇ ਤੋਂ ਡਰ ਕੇ ਖੌਫਜ਼ਦਾ ਹੋ ਕੇ ਇਸ ਤਰ੍ਹਾਂ ਦੀਆਂ ਛੋਟੀਆਂ ਹਰਕਤਾਂ ਜਿਹੜੀ ਹੈ ਉਹ ਕਰਨ ਦੇ ਉੱਤੇ ਆਮ ਆਦਮੀ ਪਾਰਟੀ ਔਰ ਉਹਦੇ ਲੀਡਰ ਔਰ ਉਹਦੀ ਸਰਕਾਰ ਉਤਰ ਆਈ ਹੈ। ਕੜੂ ਸਾਹਿਬ, ਲੱਗਦਾ ਨਹੀਂ ਕਿ ਫੇਸਬੁੱਕ ਤੇ ਹਾਲੇ ਤੱਕ ਪੋਸਟ ਡਿਲੀਟ ਨਹੀਂ ਹੁੰਦੀ ਔਰ ਮਾਮਲਾ ਤੁਹਾਡੇ ਉੱਪਰ ਦਰਜ ਹੋ ਜਾਂਦਾ ਹੈ ਕਿ ਸਿੱਧੇ ਤੌਰ ਤੇ, ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਬੀ ਟੀਮ ਏ ਟੀਮ ਦਾ ਵੀ ਜ਼ਿਕਰ ਕਰ ਰਹੇ ਹੋ ਕਿ ਏ ਟੀਮ ਬੀ ਟੀਮ, ਕਿ ਡਰਤੇ ਨਹੀਂ ਕਿਤੇ ਕਿਉਂਕਿ ਈਡੀ ਦਾ ਵਿਜੀਲੈਂਸ ਦਾ ਦੇਖੋ, ਥੋੜੇ ਦਿਨ ਪਹਿਲਾਂ ਜਿਹੜੀ ਵਿਜੀਲੈਂਸ ਵਾਲੀ ਜਿਹੜੀ ਗੱਲ ਸੀਗੀ ਉਹ ਤੁਹਾਨੂੰ ਸਾਰਿਆਂ ਦੇ ਸਾਹਮਣੇ ਜਿਹੜਾ ਅਸੀਂ ਤੇ ਖੁਦ ਚੱਲ ਕੇ ਵਿਜੀਲੈਂਸ ਦੇ ਆਫਿਸ ਗਏ ਸੀ ਕਿ ਬਈ ਅਸੀਂ ਜਿਹੜੇ ਕੋਈ ਵਿਜੀਲੈਂਸ ਦੇ ਕੋਲ ਜੇ ਕੋਈ ਸਬੂਤ ਹੈ ਜਿਹਦੇ ਵਿਰੁੱਧ ਵੀ ਹੈ, ਅਸੀਂ ਆਪ ਚੱਲ ਕੇ ਆਏ ਹਾਂ, ਜਿਹਦੇ ਤੇ ਲੱਗਦਾ ਤੁਸੀਂ ਅਰੈਸਟ ਕਰੋ। ਕੋਈ ਭੱਜ ਤੇ ਨਹੀਂ ਰਿਹਾ ਜਾਂ ਤੇ ਕੋਈ ਲੀਡਰ ਜਿਹੜਾ ਉਹ ਭੱਜ ਰਿਹਾ ਹੋਵੇ, ਜਿਹਦੇ ਉੱਤੇ ਵੀ ਹਾਂ ਜੇ ਕਿਸੇ ਦੇ ਅਗੇਂਸਟ ਸਬੂਤ ਹੈ ਤੇ ਉੱਤੇ ਕਾਰਵਾਈ ਜਿਹੜਾ ਉਹ ਕਰੇਗੀ। ਉਹ ਤਾਂ ਕਾਨੂੰਨ ਨੇ ਆਪਣੇ ਕੰਮ ਕਰਨਾ ਹੈ ਉਹਦੇ ਉੱਤੇ, ਤੇ ਮੈਂ ਸਮਝਦਾ ਨਾ ਮੇਰੀ ਚੱਲਣੀ ਨਾ ਤੁਹਾਡੀ ਚੱਲਣੀ। ਚਲੋ ਉਸ ਗੱਲ ਤੇ ਮੈਂ ਨਹੀਂ ਜਾਣਾ ਚਾਹੂੰਗਾ ਕਿਉਂਕਿ ਜਦੋਂ ਕਹਿੰਦਾ ਕਿ ਤੁਸੀਂ ਕਿਹਾ ਕਿ ਟੈਚੀ ਲੈ ਕੇ ਵੀ ਗਏ ਸੀ ਭਰਤ ਭੂਸ਼ਣ ਆਸ਼ੂ ਤੇ ਭਗਵੰਤ ਮਾਨ ਨੇ ਸਿੱਧੇ ਕਹਿਤਾ ਸੀ, ਕਹਿੰਦੇ ਜੇ ਟੈਚੀ ਲੈ ਕੇ ਆਏ ਸੀ ਜਦੋਂ ਅਸੀਂ ਬਿਠਾ ਲਿਆ ਫਿਰ ਬਾਅਦ ਚ ਰੌਲਾ ਪਾਉਣ ਲੱਗੇ। ਉਹਨਾਂ ਗੱਲਾਂ ਤੇ ਨਹੀਂ ਜਾਵਾਂਗੇ ਲੇਕਿਨ ਇਸ ਗੱਲ ਨੂੰ, ਕਿਉਂਕਿ ਤੁਹਾਡੇ ਕੋਲ ਲੀਗਲ ਟੀਮ ਹੈ, ਹੁਣ ਜੇਕਰ ਕਹੀਏ ਤੇ ਕਈ ਵਰਸਸ ਕਈ ਵੀ ਹੈਗਾ ਤੁਹਾਡੇ ਕੋਲ, ਉੱਥੇ ਵਿਰੋਧੀ ਜੇਕਰ ਕਹੀਏ ਤਾਂ ਤੁਹਾਡੀ ਵਿਰੋਧੀ ਪਾਰਟੀ ਹੈ ਭਾਵੇਂ ਆਮ ਆਦਮੀ ਪਾਰਟੀ, ਲੇਕਿਨ ਉੱਥੇ ਵੀ ਲੀਗਲ ਸੈੱਲ ਦੇ ਜਿਹੜੇ ਮੇਨ ਜਿਹੜੇ ਐਡਵੋਕੇਟ ਜਨਰਲ ਨੇ ਉਹ ਵੀ ਕਈ ਨੇ ਤੇ ਤੁਹਾਡੇ ਕੋਲ ਵੀ ਉਹਨਾਂ ਦੇ ਭਰਾ ਕਈ ਨੇ। ਇਹਦੀ ਲੀਗਲ ਲੜਾਈ ਕਿੰਨੀ ਕੁ ਹੋਣ ਵਾਲੀ? ਦੇਖੋ, ਲੀਗਲ ਲੜਾਈ ਉਸ ਮੁੱਦੇ ਤੇ ਨਹੀਂ ਜਾਂਦਾ। ਦੇਖੋ, ਇਸ ਦੇਸ਼ ਦੇ ਵਿੱਚ ਡੈਮੋਕ੍ਰੇਸੀ ਆ, ਤੁਹਾਡੇ ਆਪਣੇ ਅਖਤਿਆਰ ਨੇ, ਤੁਹਾਡੇ ਪਰਿਵਾਰ ਦੇ ਜਾਂ ਤੁਹਾਡੇ ਭਰਾ ਦੇ ਆਪਣੇ ਅਖਤਿਆਰਾਤ ਨੇ, ਉਹਨਾਂ ਦੇ ਆਪਣਾ ਕੋਈ ਫੈਸਲਾ ਹੋਏਗਾ, ਤੁਹਾਡਾ ਫੈਸਲਾ ਅਲੱਗ ਹੋ ਸਕਦਾ ਹੈ। ਜੇ ਕਈ ਸਾਹਿਬ ਸਾਡੇ ਲੀਗਲ ਸੈੱਲ ਦੇ ਚੇਅਰਮੈਨ ਨੇ ਤੇ ਜੇ ਉਧਰ ਏਜੀ ਉਹਨਾਂ ਦੇ ਬ੍ਰਦਰ ਨੇ, ਤੇ ਖੈਰ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਆਪਣੇ ਪ੍ਰੋਫੈਸ਼ਨ ਦੇ ਨਾਲ ਕਦੀ ਵੀ ਕੋਈ ਇਸ ਤਰ੍ਹਾਂ ਦਾ ਕੰਮ ਕਰੇਗਾ ਕਿ ਜਿਹਦੇ ਨਾਲ ਉਹਦਾ ਆਪਣੀ ਜਿਹੜੀ ਨਿੱਜੀ ਜਿਹੜੀ ਉਹਦੀ ਇੱਕ ਇਮੇਜ ਹੈ ਉਹਨੂੰ ਕੋਈ ਫਰਕ ਪਵੇ। ਉਹ ਸਰਕਾਰ ਵੱਲੋਂ ਜਿਹੜੀ ਲੜਾਈ ਲੜਨਗੇ ਔਰ ਜਿਹੜੇ ਸਾਡੇ ਚੇਅਰਮੈਨ ਸਾਹਿਬ ਨੇ ਉਸ ਕਾਂਗਰਸ ਪਾਰਟੀ ਦੇ ਲੀਗਲ ਸੈੱਲ ਦੇ ਚੇਅਰਮੈਨ ਹੋਣ ਦੇ ਨਾਤੇ ਜਿਹੜਾ ਕਾਂਗਰਸ ਪਾਰਟੀ ਦੀ ਲੜਾਈ ਲੜਨ ਦਾ ਕੰਮ ਕਰਨਗੇ। ਹਾਂ, ਜਿਹੜੀ ਦੂਸਰੀ ਗੱਲ ਹੈ ਕਿ ਪੋਸਟ ਡਿਲੀਟ ਨਹੀਂ ਕੀਤੀ ਗਈ, ਉਹ ਇਸ ਲਈ ਨਹੀਂ ਡਿਲੀਟ ਕੀਤੀ ਗਈ ਕਿ ਜਦੋਂ ਸਰਕਾਰ ਸਿਰਫ FIR ਕਰ ਰਹੀ ਹੈ ਔਰ ਸੰਜੀਦਗੀ ਇਹ ਨਹੀਂ ਦਿਖਾ ਰਹੀ ਕਿ ਜਿਸ ਬੰਦੇ ਨੇ ਉਹ ਜਿੱਥੋਂ ਉਹਦੀ ਜੜ ਹੈ, ਜਿਹੜੀ ਪੋਸਟ ਜਿਹੜੀ ਫੇਸਬੁੱਕ ਅਕਾਊਂਟ ਤੋਂ ਜਿੱਥੋਂ ਸ਼ੁਰੂ ਹੁੰਦੀ ਹੈ,
ਜੇਕਰ ਸਰਕਾਰ ਉਹਨੂੰ ਵਿਖਾਉਣ ਦੀ, ਉਹਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕਰ ਰਹੀ, ਤੇ ਇਸ ਕਰਕੇ ਅਸੀਂ ਇਹ ਸਮਝਦੇ ਹਾਂ ਕਿ ਸਰਕਾਰ ਜਾਣਬੁੱਝ ਕੇ ਪ੍ਰੋਪੇਗੈਂਡਾ ਕਰ ਰਹੀ ਹੈ। ਸੋ ਇਹ ਲੜਾਈ ਜਿਹੜੀ ਹੈ ਇਹ ਲੜੀ ਜਾਏਗੀ, ਤੱਥਾਂ ਦੇ ਆਧਾਰ ਤੇ ਲੜੀ ਜਾਏਗੀ। ਲੋਕਾਂ ਦੀ ਆਵਾਜ਼ ਹਮੇਸ਼ਾ ਬੁਲੰਦ ਕਰਦੇ ਰਵਾਂਗੇ। ਇਹ ਅਸੀਂ ਇਹਨਾਂ ਚੀਜ਼ਾਂ ਨਾਲ ਡਰਨ ਵਾਲੇ ਨਹੀਂ। ਮੈਂ ਲੜਾਈ ਦੀ ਗੱਲ ਕਰ ਰਿਹਾ ਕਿਉਂਕਿ ਅਰਸ਼ਦੀਪ ਜੀ ਤੁਹਾਡੇ ਨਾਲ ਸੀਗੇ, ਲੀਗਲ ਸੈੱਲ ਦੇ ਮੈਂਬਰ ਵੀ ਨੇ, ਤੇ ਲੀਗਲ ਲੜਾਈ ਕਿੱਦਾਂ ਹੋਊਗੀ? ਕਿਉਂਕਿ ਤੁਸੀਂ ਕਹੋਗੇ ਨਹੀਂ ਕਿ ਇਹ ਚੀਜ਼ ਜੇਕਰ ਇੱਥੋਂ ਬੂਟਾ ਸ਼ੁਰੂ ਹੋਇਆ, ਜੇਕਰ ਜੜ੍ਹਾਂ ਇੱਥੋਂ ਸ਼ੁਰੂ ਹੋਈਆਂ ਨੇ, ਤੇ ਇਹਨੂੰ ਖਤਮ ਹੋਣਾ ਚਾਹੀਦਾ ਹੈ ਪਹਿਲਾਂ, ਇਸ ਨੂੰ ਲੈ ਕੇ ਲੜਾਈ ਨਹੀਂ ਹੋਊਗੀ? ਬਿਲਕੁਲ ਹੋਏਗੀ ਜੀ, ਉਹ ਤੇ ਲੀਗਲ ਟੀਮ ਆਪਣਾ ਕੰਮ ਦੱਸੇਗੀ, ਕਿਉਂਕਿ ਮੈਂ ਵਕੀਲ ਤੇ ਹੈ ਨਹੀਂ। ਹਾਂ, ਅਜੇ ਤੱਕ ਕਿਉਂਕਿ ਜਿਹੜੀ ਦਿੱਲੀ ਦੇ ਵਿੱਚ ਰੈਲੀ ਹੋ ਰਹੀ ਹੈ, ਬੜੀ ਵੱਡੀ ਮਹਿੰਗਾਈ ਦੇ ਵਿਰੁੱਧ ਹੱਲਾ ਬੋਲ ਰੈਲੀ, ਸਾਡੀ ਸਾਰੀ ਸਮੁੱਚੀ ਲੀਡਰਸ਼ਿਪ ਜਿਹੜੀ ਆ ਉੱਥੇ ਦਿੱਲੀ ਗਈ ਹੋਈ ਹੈ। ਇੱਕ ਵਾਰੀ ਵਾਪਸ ਆ ਜਾਣ ਸੀਨੀਅਰ ਲੀਡਰ ਸਾਹਿਬਾਨ, ਜਦੋਂ ਬੈਠਣਗੇ ਇਸ ਚੀਜ਼ ਤੇ ਚਰਚਾ ਕਰਨਗੇ, ਔਰ ਜੋ ਵੀ ਅੱਗੇ ਵਾਲਾ ਫੈਸਲਾ ਹੋਏਗਾ ਉਹ ਜਿਹੜਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਆਏਗਾ। ਧੰਨਵਾਦ। ਤੇ ਬਿਲਕੁਲ ਜਸਕਰਨ ਕਾਲੋ ਮੇਰੇ ਨਾਲ ਮੌਜੂਦ ਸੀਗੇ ਔਰ ਸਿੱਧੇ ਤੌਰ ਤੇ ਸਵਾਲ ਸਰਕਾਰ ਦੇ ਉੱਪਰ ਚੱਕੇ ਨੇ। ਕਹਿੰਦੇ ਜਿਸ ਪਾਸੋਂ ਜੜ ਸ਼ੁਰੂ ਹੋਈ ਸੀ, ਜਿਸ ਫੇਸਬੁੱਕ ਪੋਸਟ ਤੋਂ ਜੜ ਸ਼ੁਰੂ ਹੋਈ ਸੀ, ਪਹਿਲਾਂ ਉਹਨੂੰ ਖਤਮ ਕਰਨ ਦੀ ਲੋੜ ਹੈ, ਨਾ ਕਿ ਸਾਡੇ ਪ੍ਰਧਾਨਾਂ ਦੇ ਉੱਪਰ ਜਿਹੜਾ ਪਰਚਾ ਦਰਜ ਕਰਨ ਦੀ ਲੋੜ ਹੈ, ਨਾ ਕਿ ਸਾਡੇ ਉਹਨਾਂ ਲੋਕਾਂ ਨੂੰ ਧਮਕਾਉਣ ਦੀ ਲੋੜ ਹੈ ਜਿਹੜੇ ਆਮ ਆਦਮੀ ਪਾਰਟੀ ਦਾ, ਭਾਵੇਂ ਪੰਜਾਬ ਸਰਕਾਰ ਦਾ ਜਿਹੜਾ ਪਰਦਾਫਾਸ਼ ਕਰ ਰਹੇ ਨੇ। ਕੈਮਰਾਮੈਨ ਬਿਨੀ ਦੇ ਨਾਲ ਦਮਪ੍ਰੀਤ ਸਿੰਘ, ਔਨ 에ਅਰ, ਚੰਡੀਗੜ੍ਹ।